ਚੀਜ਼ ਆ। ਸੋ ਜਿਹੜੇ ਅਸਾਈਲਮ ਜਿਨ੍ਹਾਂ ਦਾ ਗ੍ਰਾਂਟ ਹੋਇਆ ਆ, ਉਹਨਾਂ ਦੇ ਹੁਣ ਫੈਮਿਲੀ ਮੈਂਬਰਸ ਦਾ ਜਿਹੜਾ ਪ੍ਰੋਸੈਸ ਆ, ਉਹ ਵੀ ਐਕਸਪਲੇਨ ਜਿਹੜਾ ਤੁਸੀਂ ਕਰਦੇ ਹੋ ਜੀ, ਕੀ ਉਹਨਾਂ ਨੇ ਫਿਰ ਅੱਗੇ ਪ੍ਰੋਸੈਸ ਜਿਹੜਾ ਉਹ ਕਰਨਾ ਆ, ਤੇ ਅੱਜ ਦੀ ਜਿਹੜੀ ਅਨਾਊਂਸਮੈਂਟ ਹੈ, ਕੀ ਉਸ ਦੇ ਨਾਲ ਉਹ ਕੋਈ ਫਰਕ ਪੈਣਾ ਹੈ ਉਹਦੇ ਵਿੱਚ? ਹਾਂਜੀ, ਉਹਦੇ ਨਾਲ ਫਰਕ ਪਊਗਾ। ਸੋ ਜਦੋਂ ਤੁਹਾਡਾ ਅਸਾਈਲਮ ਦਾ ਕੇਸ ਪਾਸ ਹੋ ਜਾਂਦਾ ਵਾ ਉਰੇ, ਤੇ ਦੋ ਤਿੰਨ ਸਿਨੈਰੀਓ ਇਹਦੇ ਵਿੱਚ ਆ ਜਾਂਦੇ ਆ। ਪਹਿਲਾਂ ਤਾਂ ਇਹ ਹੈ, ਸਿੱਧਾ ਸਿਨੈਰੀਓ ਤਾਂ ਇਹ ਹੈ ਕਿ ਸਪਾਊਸ, ਘਰ ਵਾਲਾ ਘਰ ਵਾਲੀ ਇੰਡੀਆ ਦੇ ਵਿੱਚ ਆ, ਤੇ ਬੱਚੇ 21 ਸਾਲ ਤੋਂ ਛੋਟੇ ਸੀਗੇ ਜਦੋਂ ਅਸਾਈਲਮ ਉਰੇ ਫਾਈਲ ਕੀਤੀ। ਤੇ ਜਦੋਂ ਤੁਹਾਡਾ ਕੇਸ ਪਾਸ ਹੋ ਗਿਆ, ਤੁਸੀਂ ਇੱਕ 730 ਪਟੀਸ਼ਨ ਹੁੰਦੀ ਆ, ਉਹ ਫਾਈਲ ਕਰਨੀ ਆ, I-730 ਜੀ। I-730 ਪਟੀਸ਼ਨ ਦੇ ਬੇਸ ਇੱਥੋਂ ਪਹਿਲਾਂ ਅਪਰੂਵ ਹੋ ਗਈ ਅਮਰੀਕਾ ਦੇ ਵਿੱਚੋਂ ਦੀ, ਉਹਨੂੰ ਕਈ ਵਾਰੀ ਟਾਈਮ ਲੱਗ ਜਾਂਦਾ, 2-2.5 ਸਾਲ ਲੱਗ ਜਾਂਦੇ ਆ। 730 ਪਟੀਸ਼ਨ ਜਦੋਂ ਅਪਰੂਵ ਹੋ ਕੇ ਫਿਰ ਉਹ NVC ਦੇ ਥਰੂ ਅੰਬੈਸੀ ਦੇ ਵਿੱਚ ਜਾਂਦੀ ਹੈ। ਅੰਬੈਸੀ ਦੇ ਵਿੱਚ ਫਿਰ ਤੁਹਾਡੀ ਜਿੱਦਾਂ ਵੀਜ਼ੇ ਦੀ ਤੁਸੀਂ ਐਪਲੀਕੇਸ਼ਨ ਭਰਦੇ ਆ, ਤੁਹਾਡੀ ਇੰਟਰਵਿਊ ਹੁੰਦੀ ਹੈ, ਜਿਹੜਾ ਵੀ ਉੱਥੇ ਫੈਮਿਲੀ ਮੈਂਬਰ ਹੈ, ਤੇ ਉਹ ਇੰਟਰਵਿਊ ਤੋਂ ਬਾਅਦ ਤੁਹਾਡਾ ਵੀਜ਼ਾ ਲੱਗਦਾ, ਤੇ ਉਹ ਵੀਜ਼ਾ ਜਦੋਂ ਲੱਗਦਾ ਤੇ ਐਜ਼ ਆ ਤੁਹਾਡਾ ਡੈਰੀਵੇਟਿਵ ਅਸਾਈਲੀ ਤੁਹਾਡੀ ਇੱਥੇ ਐਂਟਰੀ ਹੁੰਦੀ ਹੈ ਫੈਮਿਲੀ ਮੈਂਬਰ ਦੀ। ਉਹ ਜਦੋਂ ਤੁਹਾਡੀ ਐਂਟਰੀ ਹੁੰਦੀ ਹੈ, ਉਦੋਂ ਤੋਂ ਤੁਹਾਡਾ ਜਿਹੜਾ ਸਾਲ ਦਾ ਟਾਈਮ ਪੀਰੀਅਡ ਆ ਉਹ ਸ਼ੁਰੂ ਹੋ ਜਾਂਦਾ। ਪਹਿਲਾਂ ਰੂਲ ਇਹ ਸੀਗਾ ਕਿ ਉਹਨਾਂ ਨੂੰ 1 ਸਾਲ ਆ ਕੇ ਵੇਟ ਕਰਨੀ ਪੈਂਦੀ ਸੀ, ਫਿਰ ਉਹ ਗ੍ਰੀਨ ਕਾਰਡ ਫਾਈਲ ਕਰਦੇ ਸੀਗੇ। ਹੁਣ ਰੂਲ ਇਹ ਹੈ ਕਿ ਉਹ ਜੇ ਸਿੱਧੇ ਵੀ ਫਾਈਲ ਕਰਦੇ ਨੇ, ਕਿਉਂਕਿ ਸਾਨੂੰ ਪਤਾ ਹੀ ਹੈ ਕਿ ਇਮੀਗ੍ਰੇਸ਼ਨ ਨੂੰ ਸਾਲ ਤੋਂ ਜ਼ਿਆਦਾ ਲੱਗ ਜਾਣਾ, ਤੇ ਉਹਨਾਂ ਦਾ ਸਾਲ ਜਿਹੜਾ ਉਹ ਉੱਥੋਂ ਆਪੇ ਹੀ ਵਿੱਚ ਜਿਹੜਾ ਗਿਣੇ ਜਾਊਗਾ। ਤਾਂ ਰਾਈਟ ਵੇ ਉਹ ਵੀ ਜਿਹੜੇ ਹੈਗੇ ਆ ਕੇ ਸਿੱਧੇ ਜਿਹੜਾ ਗ੍ਰੀਨ ਕਾਰਡ, ਵਰਕ ਪਰਮਿਟ ਵਗੈਰਾ ਆਪਣਾ ਅਪਲਾਈ ਕਰ ਸਕਦੇ ਆ। ਤੇ ਇਹਦੇ ਵਿੱਚ ਹੁਣ ਮੇਨ ਸਾਨੂੰ ਚੱਕਰ ਜਿਹੜੇ ਪੈਂਦੇ ਸੀਗੇ ਉਹ ਸੀਗੇ ਕਿ ਲੋਕਾਂ ਦੇ ਕੋਲ ਵਿਆਹ ਦਾ ਸਰਟੀਫਿਕੇਟ ਨਹੀਂ ਹੁੰਦਾ। ਕਈ ਵਾਰੀ ਉਹ ਕਹਿੰਦੇ ਕਿ ਗੁਰਦੁਆਰੇ ਵਿਆਹ ਕਰਾਇਆ ਆਪਣਾ, ਹਨਾ, ਸੋ ਰਜਿਸਟਰ, ਸੋ ਉਹ ਵਾਲੇ ਚੱਕਰ ਕਈ ਵਾਰੀ ਪੈਂਦੇ ਆ ਕਿ ਵਿਆਹ ਦੀ ਸਰਟੀਫਿਕੇਟ ਦੀ ਆਪਸ਼ਨ, ਉਹ ਚੱਕਰਾਂ 'ਚ ਉਲਝਿਆ ਰਹਿੰਦਾ, ਪਾਸਪੋਰਟ ਦੇ ਚੱਕਰਾਂ 'ਚ ਉਲਝਿਆ ਰਹਿੰਦਾ ਬੰਦਾ। ਤੇ ਮੇਨ ਗੱਲ ਇਹ ਹੈ ਕਿ ਜਦੋਂ ਤੁਸੀਂ ਅਸਾਈਲਮ ਫਾਈਲ ਕੀਤਾ, ਉਹਦੇ ਵਿੱਚ ਵੀ ਤੁਸੀਂ ਆਪਣੀ ਜਿਹੜੀ ਇਨਫੋਰਮੇਸ਼ਨ ਘਰ ਵਾਲੀ ਦੀ ਜਾਂ ਘਰ ਵਾਲੇ ਦੀ ਜਿਹੜੀ ਸੀਗੀ, ਉਹ ਤੁਹਾਡੇ ਫਾਰਮਸ ਦੇ ਵਿੱਚ ਸਾਰੀ ਇਨਫੋਰਮੇਸ਼ਨ ਜਿਹੜੀ ਕਲੀਅਰ ਹੋਣੀ ਚਾਹੀਦੀ ਹੈ। ਨਾਮ ਵਾਲੇ ਮਸਲੇ ਤੁਹਾਡੇ ਜਿਹੜੇ ਸਾਰੇ ਸੀਗੇ ਛੋਟੇ ਮੋਟੇ, ਉਹ ਅਸਾਈਲਮ ਐਪਲੀਕੇਸ਼ਨ ਦੇ ਵਿੱਚ ਤੁਹਾਡੇ ਜਿਹੜੇ ਕਲੀਅਰ ਹੋਣੇ ਚਾਹੀਦੇ ਆ। ਤੇ ਹੁਣ ਇੱਕ ਹੋਰ ਚੀਜ਼ ਆਪਾਂ ਜਿਹੜੀ ਦੱਸੀ ਕਿ ਪੇਰੈਂਟਸ ਦਾ ਆਪਾਂ ਜਿੱਦਾਂ ਦੱਸਿਆ ਹੈਗਾ ਕਿ ਕਈਆਂ ਨੂੰ ਸਮਗਲਿੰਗ ਦੀ ਧਾਰਾ ਲਾ ਦਿੰਦੇ ਆ, ਜਾਂ ਘਰ ਵਾਲੀ ਜਾਂ ਘਰ ਵਾਲੇ ਤੇ ਸਮਗਲਿੰਗ ਦੀ ਧਾਰਾ ਲਾ ਦਿੰਦੇ ਕਿ ਇਹਨੇ ਪੈਸੇ ਦਿੱਤੇ ਏਜੰਟ ਨੂੰ, ਜਾਂ ਮੇਰੀ ਘਰ ਵਾਲੀ ਨੇ ਮੈਕਸੀਕੋ ਮੈਨੂੰ ਪੈਸੇ ਪਹੁੰਚਾਏ। ਸੋ ਇਦਾਂ ਦੀਆਂ ਜਦੋਂ ਚੀਜ਼ਾਂ ਅਸਾਈਲਮ ਦੀ ਐਪਲੀਕੇਸ਼ਨ 'ਚ ਲਿਖੀਆਂ ਜਾਂਦੀਆਂ ਤੇ ਉਹਨਾਂ ਨੂੰ ਵੈਸੇ ਹੀ ਪੁੱਛੀਆਂ ਜਾਂਦੀਆਂ, ਤੇ ਉਹਨਾਂ ਤੇ ਕਈ ਵਾਰੀ ਸਮਗਲਿੰਗ ਦੀ ਲਾ ਦਿੰਦੇ ਆ ਕਿ ਤੂੰ ਏਲੀਅਨ ਸਮਗਲਿੰਗ ਕੀਤੀ ਆ, ਆਪਣੇ ਘਰ ਵਾਲੇ ਨੂੰ 2 ਨੰਬਰ 'ਚ ਅਮਰੀਕਾ ਆਉਣ ਦੀ ਸ਼ਹਿ ਦਿੱਤੀ ਆ, ਤੇ ਉਹਨਾਂ ਨੂੰ ਕਈ ਵਾਰੀ ਵੀਜ਼ਾ ਵਗੈਰਾ ਉਹਨਾਂ ਦਾ ਰੋਕ ਦਿੰਦੇ ਆ। ਸੋ ਉਹ ਜਿਹੜੀ ਚੀਜ਼ ਆ ਉਹ ਤੋਂ ਥੋੜਾ ਧਿਆਨ ਨਾਲ, ਮਤਲਬ ਕਿ ਉਹਦਾ ਤੁਹਾਨੂੰ ਐਕਸਪਲੇਨ ਕਰਨਾ ਪੈਣਾ ਕਿ ਕਿਹਨੂੰ ਪੈਸੇ ਦਿੱਤੇ, ਕਿਉਂ ਦਿੱਤੇ, ਕੀ ਤੁਹਾਡੀ ਅੰਡਰਸਟੈਂਡਿੰਗ ਸੀ, ਕੀ ਤੁਹਾਨੂੰ ਪਤਾ ਸੀਗਾ ਕਿ 2 ਨੰਬਰ 'ਚ ਆਉਣਾ, ਕਿ ਤੁਹਾਨੂੰ ਲੱਗਦਾ ਸੀਗਾ ਕਿ 1 ਨੰਬਰ 'ਚ ਆਉਣਾ, ਹਨਾ। ਸੋ ਸਮਗਲਿੰਗ ਵਾਲੀ ਜਿਹੜੀ ਧਾਰਾ ਵਾ ਉਹ ਤੋਂ ਬਚਣਾ ਤੁਸੀਂ। ਸੋ ਇਹ ਚੀਜ਼ਾਂ ਜਿਹੜੀਆਂ ਉਹ ਜ਼ਰੂਰੀ ਆ, ਅਤੇ ਉਹਨਾਂ ਨੂੰ ਜਿਹੜੇ ਡੈਰੀਵੇਟਿਵ ਆ ਰਹੇ ਆ ਉੱਥੋਂ, ਪਰਿਵਾਰ ਵਾਲੇ ਆ ਰਹੇ ਆ, ਉਹਨਾਂ ਨੂੰ ਉਸ ਅਸਾਈਲੀ ਦੇ ਕੇਸ ਦੀ ਸਾਰੀ ਜਾਣਕਾਰੀ ਹੋਣੀ ਵੀ ਜ਼ਰੂਰੀ ਹੈ। ਹਾਂਜੀ, ਬਿਲਕੁਲ, ਕਿਉਂਕਿ ਜੇ ਉਹਨਾਂ ਨੇ ਐਫੀਡੇਵਿਟ ਦਿੱਤੇ ਆ, ਕੁਛ ਇਨਫੋਰਮੇਸ਼ਨ ਲਿਖੀ ਆ, ਹੁਣ ਉਹਨਾਂ ਨੂੰ ਪਤਾ ਹੋਣਾ ਚਾਹੀਦਾ। ਜੇ ਹੁਣ ਹਸਬੈਂਡ ਕਵੇ ਕਿ ਮੈਂ ਤੇ ਮੇਰੀ ਘਰ ਵਾਲੀ ਸੀਗੇ ਜਦੋਂ ਸਾਡੇ ਤੇ ਹਮਲਾ ਹੋਇਆ, ਘਰ ਵਾਲੀ ਤੋਂ ਜਦੋਂ ਜੇ ਬਾਈ ਚਾਂਸ ਉਹਨਾਂ ਨੇ ਪੁੱਛਿਆ ਕਿ ਤੂੰ ਕਿੱਥੇ ਸੀਗੀ ਉਸ ਟਾਈਮ ਤੇ, ਉਹਦੀ ਐਡਰੈਸ ਹਿਸਟਰੀ ਚੈੱਕ ਕੀਤੀ ਤੇ ਉਹ ਨਹੀਂ ਐਡ ਹੋਈ, ਤਾਂ ਹਾਂ ਬਿਲਕੁਲ ਪ੍ਰੋਬਲਮ ਹੋ ਸਕਦੀ ਹੈ। ਤੇ ਇੱਥੇ ਜਿਹੜੀ ਜੌਬ ਕਰਦੇ ਆ ਉਹਦੇ ਬਾਰੇ ਵੀ ਬੰਦਾ ਕਈ ਵਾਰੀ ਲੂਜ਼ਲੀ ਟਰਮਸ ਜਿਹੜੀਆਂ ਆ ਉਹ ਯੂਜ਼ ਕਰ ਜਾਂਦਾ ਆ, ਜਦੋਂ ਉਸ ਤੋਂ ਬਾਅਦ ਦੇ ਵਿੱਚ ਵੀ ਇਹ ਇੱਦਾਂ ਆ ਉੱਦਾਂ ਆ। ਸੋ ਉਹ ਉਸ ਜੌਬਸ ਦੇ ਨਾਲ ਵੀ ਸੰਬੰਧ ਰਹਿੰਦਾ ਹੈ, ਪਤਾ ਰਹਿੰਦਾ ਹੈ। ਹਾਂਜੀ, ਜੌਬ ਇਨਫੋਰਮੇਸ਼ਨ ਵਗੈਰਾ ਕਾਫੀ, ਹੁਣ ਬੰਦਾ ਹੁਣ ਕਵੇ ਕਿ ਮੈਂ ਆਪਾਂ ਖੇਤੀਬਾੜੀ ਫੈਮਿਲੀ 'ਚੋਂ ਆ, ਘਰ ਵਾਲੀ ਨੇ ਐਪਲੀਕੇਸ਼ਨ ਇੰਡੀਆ 'ਚ ਭਰੀ ਹੈ ਕਿ ਮੈਂ ਨਰਸ ਲੱਗੀ ਹਾਂ, ਰਾਈਟ, ਉਹ ਸਾਰਾ ਤੁਹਾਡੇ ਅਗੇਂਸਟ ਵਰਤਿਆ ਜਾ ਸਕਦਾ। ਸੋ ਆਪਣੀ ਇਨਫੋਰਮੇਸ਼ਨ ਜਿਹੜੀ ਸਾਰੀ ਆ, ਜੌਬ ਦੀ, ਐਡਰੈਸ ਹਿਸਟਰੀ, ਵਰਕ ਹਿਸਟਰੀ ਦੀ, ਉਹ ਪੂਰੀ ਸਹੀ ਹੋਣੀ ਚਾਹੀਦੀ ਹੈ, ਐਕੂਰੇਟ ਹੋਣੀ ਚਾਹੀਦੀ ਹੈ। ਠੀਕ ਹੈ, ਠੀਕ ਹੈ। ਕਿਉਂਕਿ ਕੱਲ ਨੂੰ ਉਹੀ ਗੱਲ ਆ ਕਿ ਤੁਸੀਂ ਹੁਣ ਪਹਿਲਾਂ ਤੁਹਾਡਾ ਅਸਾਈਲਮ ਪਾਸ ਹੋਇਆ, ਤੁਹਾਡੀ 589 ਐਪਲੀਕੇਸ਼ਨ ਸੀਗੀ, ਕਈ ਤਾਂ ਅਸਾਈਲਮ ਆਫਿਸ ਮੋਰੇ ਗਏ ਆ, ਆਪਣਾ ਇੱਕ ਸਕੂਲਿੰਗ ਦਾ ਲੈਵਲ ਲਿਖਤਾ, ਸਾਰਾ ਲਿਖਤਾ, ਐਡਰੈਸ ਹਿਸਟਰੀ ਲਿਖਤੀ। ਹੁਣ ਤੁਹਾਡਾ ਅਸਾਈਲਮ ਦਾ ਕੇਸ ਗ੍ਰਾਂਟ ਹੋ ਗਿਆ, ਕੱਲ ਨੂੰ ਤੁਸੀਂ ਆਪਣਾ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਫਾਈਲ ਕੀਤੀ, ਉਹਦੇ ਵਿੱਚ ਵੀ ਸੇਮ ਹੀ ਸਵਾਲ ਆ, ਕਿਹੜੀ ਪਾਰਟੀ ਦਾ ਮੈਂਬਰ ਕੀ ਸੀਗਾ, ਫੈਮਿਲੀ 'ਚੋਂ ਹੋਰ ਕੌਣ ਮੈਂਬਰ ਆ, ਰਾਈਟ। ਤੇ ਤੁਸੀਂ ਗ੍ਰੀਨ ਕਾਰਡ ਵੀ ਲੈ ਲਿਆ, ਹੁਣ ਤੁਹਾਡੇ ਫੈਮਿਲੀ ਨੇ ਪਿੱਛੋਂ ਦੀ ਆ ਕੇ ਜੁਆਇਨ ਕੀਤਾ, ਉਹਨੂੰ ਲਾ ਲਓ 3-4 ਸਾਲ ਲੱਗ ਗਏ, ਫਿਰ ਉਹਨਾਂ ਨੇ ਆਪਣਾ ਗ੍ਰੀਨ ਕਾਰਡ ਅਪਲਾਈ ਕੀਤਾ। ਸੋ ਉਹਨਾਂ ਨੂੰ ਵੀ ਉਹੀ ਸਵਾਲ ਆ ਕਿ ਤੁਸੀਂ ਕਿਸੇ ਪਾਰਟੀ ਦੇ ਮੈਂਬਰ ਸੀਗੇ ਕਿ ਨਹੀਂ ਸੀਗੇ, ਤੇ ਸੇਮ ਤੁਹਾਡੇ ਕੋਲ ਵੀ ਕੋਰਟ 'ਚ ਪੁੱਛਿਆ ਗਿਆ ਕਿ ਘਰ ਵਾਲੀ ਤੁਹਾਡੀ ਪਾਰਟੀ ਦੀ ਮੈਂਬਰ ਸੀਗੀ ਕਿ ਨਹੀਂ ਸੀਗੀ, ਹਨਾ।
ਤੇ ਬਾਅਦ 'ਚ 5-6 ਸਾਲ ਬਾਅਦ ਲੋਕੀ ਕਹਿੰਦੇ ਹੁਣ ਮੇਰਾ ਤਾਂ ਪਾਸ ਹੋ ਗਿਆ, ਇੰਨਾ ਧਿਆਨ ਨਹੀਂ ਦਿੰਦੇ, ਇੱਧਰ-ਉੱਧਰੋਂ ਦੀ ਐਪਲੀਕੇਸ਼ਨ ਆਪਣੀ ਭਰਾ ਲੈਂਦੇ ਆ ਤੇ ਘਰ ਵਾਲੀ ਨੇ ਲਿਖਿਆ ਹੀ ਨਹੀਂ ਹੁੰਦਾ ਵਿੱਚ ਕਿ ਮੈਂ ਪਾਰਟੀ ਦੀ ਮੈਂਬਰ ਆ, ਜਾਂ ਉਹਨੂੰ ਪਤਾ ਵੀ ਨਹੀਂ ਕਿ ਕਿਹੜੀ ਤਰੀਕ ਨੂੰ ਪਾਰਟੀ ਜੁਆਇਨ ਕੀਤੀ ਆ, ਕਿਹੜੇ-ਕਿਹੜੇ ਸਾਲਾਂ 'ਚ ਰਹੀ ਆ, ਤੇ ਫਿਰ ਆਬਵੀਅਸਲੀ ਉਹ ਸ਼ੱਕ ਕਰ ਸਕਦੇ ਕਿ ਤੁਹਾਡੇ ਲਈ ਐਡੀ ਇੰਪੋਰਟੈਂਟ ਚੀਜ਼ ਆ ਤੇ ਉਹਦੇ ਕਰਕੇ ਤੁਸੀਂ ਕਹਿੰਦੇ ਕਿ ਮੈਂ ਪਾਰਟੀ ਨਹੀਂ ਛੱਡ ਸਕਦਾ, ਮੈਂ ਮੰਗ ਨਹੀਂ ਛੱਡ ਸਕਦਾ। ਕਦੀ ਤਾਂ ਹੁਣ ਤੁਹਾਡੇ ਜਿਹੜੇ ਅਸਾਈਲਮ ਦੀਆਂ ਤੁਹਾਡੀ ਹੁਣ 6 ਸਾਲ ਬਾਅਦ ਤੁਹਾਡੀ ਘਰ ਵਾਲੀ ਨੇ ਐਪਲੀਕੇਸ਼ਨ ਜਿਹੜੀ ਲਾਈ ਆ ਉਹ 'ਚ ਤਾਂ ਲਿਖਿਆ ਨਹੀਂ ਕਿਤੇ ਵੀ ਕਿ ਪਾਰਟੀ ਦੀ ਕੋਈ ਮੈਂਬਰਸ਼ਿਪ ਰਹੀ ਆ। ਤੇ ਹੂੰ, ਸੋ ਇਹ ਹੈ ਕਿ ਤੁਹਾਨੂੰ ਆਪਣਾ ਸਾਰਾ ਜਿਹੜਾ ਰੈਕੋਰਡ ਆ ਹਮੇਸ਼ਾ ਤੁਹਾਡਾ ਐਕੂਰੇਟ ਹੋਣਾ ਚਾਹੀਦਾ ਹਰੇਕ ਐਪਲੀਕੇਸ਼ਨ 'ਚ ਅਕ੍ਰੋਸ ਬੋਰਡ। ਨਹੀਂ ਠੀਕ ਹੈ ਜੀ, ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਦਾ ਭਾਈ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਉਹ ਧਿਆਨ ਰੱਖੋ। ਸੋ 7:30 ਦੇ ਲਈ ਆਈ ਥਿੰਕ ਆਪਾਂ ਕਾਫੀ ਚਿਰ ਪਹਿਲਾਂ ਵੀ ਇੱਕ ਵਾਰੀ ਇਸ ਦੇ ਉੱਤੇ ਪੂਰਾ ਸ਼ੋਅ ਵੀ ਜਿਹੜਾ ਉਹ ਕੀਤਾ ਸੀਗਾ ਵੀ ਅੱਗੇ ਤੋਂ ਅੱਗੇ ਡੈਰੀਵੇਟਿਵਸ ਜਿਹੜੇ ਆਉਂਦੇ ਆ ਉਹ ਕਿੱਦਾਂ ਜਿਹੜੇ ਇਸ ਚੀਜ਼ ਦੇ ਵਿੱਚ ਕਰ ਸਕਦੇ ਆ। ਤੇ ਇੱਕ ਵਾਰੀ ਫਿਰ ਆਪਾਂ ਕਾਲਸ ਲੈਣ ਤੋਂ ਪਹਿਲਾਂ ਅਟਰਨੀ ਟਿਰਕੈਨਾ ਜੀ ਜਿਹੜੀ ਅੱਜ ਦੀ ਬ੍ਰੇਕਿੰਗ ਨਿਊਜ਼ ਸੀ, ਜੇ ਤੁਸੀਂ ਉਸ ਨੂੰ ਇੱਕ ਵਾਰੀ ਫਿਰ ਸ਼ੇਅਰ ਕਰ ਦਿਓ ਵੀ ਕੀ ਜਿਹੜੇ ਚੇਂਜਸ ਆਏ ਆ ਜਿਨ੍ਹਾਂ ਦੇ ਅਸਾਈਲਮ ਅਪਰੂਵ ਹੋ ਚੁੱਕੇ ਆ ਗ੍ਰੀਨ ਕਾਰਡ ਅਪਲਾਈ ਕਰਨ ਨੂੰ ਲੈ ਕੇ। ਹਾਂਜੀ, ਜਿਹਨਾਂ ਦੇ ਅਸਾਈਲਮ ਅਪਰੂਵ ਹੋਏ ਆ, ਜਿਹਨਾਂ ਦੇ ਇਹ ਨਹੀਂ ਕਿ ਜਿਹਨਾਂ ਦੇ ਪੈਂਡਿੰਗ ਆ, ਜਿਹਨਾਂ ਦਾ ਕੇਸ ਪਾਸ ਹੋ ਗਏ ਆ, ਉਹ ਹੁਣ 1 ਸਾਲ ਦੀ ਵੇਟ ਕਰਨ ਦੀ ਲੋੜ ਨਹੀਂ ਉਹਨਾਂ ਨੂੰ, ਸਿੱਧੇ ਉਹ ਜਿਹੜਾ ਆਪਣਾ ਗ੍ਰੀਨ ਕਾਰਡ ਆ ਉਹ ਫਾਈਲ ਕਰ ਸਕਦੇ ਆ।